सतनाम श्री वाहिगुरु साहिब जीओ। ज्ञान ध्यान किछ कर्म ना जाना, सार ना जाना तेरे। सब ते बड़ा सतगुर नानक, जिन कल राखी मेरी। मैं मूरख की केतक बात है, कोट परादी तरिया रे। गुर नानक जिन सुनिया पेखिया, से फिर गरभास ना परिया रे। गुर नानक जिन सुनिया पेखिया, से फिर गरभास ना परिया रे। जुगो जुगा टल चवर छत्र तखत दे मालक, दसां पातशाहियां जी जोत। हाजिर नाजिर श्री गुरु ग्रंथ साहिब महाराज दे पावन पवित्र सतगुरां दे सन्मुख हजूरी अंदर जुड़ बैठी गुरु प्यारी, गुरु सवारी, गुरु की साजी साज के निवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरदियां कागर करके जुड़ करके बैठन दी कृपालता करिए। समय और ਸਵਾਸਾਂ ਨੂੰ ਸਫਲਾ ਕਰੀਏ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕੀਤੀ ਹੈ, ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ सतगुरु जी इधरों अमृतसर दी धरती तो चल के आ चोला साहिब विखे पहुंचे ने। उस वेले सतगुरु गुरु हरगोबिंद महाराज छेवें पातशाह मेरी पीरी दे मालक कृपालू दयालु सतगुरु जी इधर चोला साहिब विखे पहुंचे ने। ते उत्थे गुरु प्यारिओ सतगुरु जी बख्शिश रहमत वरता रहे ने। ते भाई गुरदास जी वो चोला साहिब दी जो विचार है वो संगत नूं वर्णन करवा रहे सन। सतगुरु जी दी कृपा रहमत वरत रही सी। ते गुरु प्यारिओ भाई भाना जी ने ते होर बेअंत संगतां ने बेनती की कि ये जिहड़ी चोला साहिब दी विचार है गुरु अर्जन देव महाराज ने इत्थे पावन पवित्र चरण पा करके इस स्थान नूं बड़े भागां वाला बनाया। ते इस स्थान दी चंगी शुभ जिहड़ी विचार है उस संगत विच वर्णन करो। भाई गुरदास जी ने दसी सारी विचार। कहते जिस वेले सतगुरु गुरु अर्जन देव महाराज जी इधरों प्रिथी चंद तो ओदे कलेश झगड़े तो बखेड़े तो सतगुरु जी टलदे हुए इधर सरहाली नगर विखे आए। ते सतगुरु जी ने इत्थे सरहाली नगर दे लोगां नूं आखना कीता कि भाई सानू कुछ सांझी जगह ते स्थान दिओ जिथे असीं विराजमान होके संगतां नूं दर्शन दईए, सिੱਖੀ ਦਾ ਵਿਸਤਾਰ ਕਰੀਏ। ਤੇ ਸਰਹਾਲੀ ਨਗਰ ਦੇ ਲੋਕਾਂ ਨੇ ਇਕੱਤਰ ਹੋ ਕੇ ਬੜੇ ਚਾਅ ਦੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਉੱਥੇ
ਚੰਗੀ ਵਧੀਆ ਸਾਂਝੀ ਜਗ੍ਹਾ ਸਥਾਨ ਦੇ ਦਿੱਤਾ। ਤੇ ਬਾਅਦ ਵਿੱਚ ਕਹਿੰਦੇ ਉੱਥੋਂ ਦਾ ਇੱਕ ਪਖੰਡੀ ਸੀ ਜਿਹੜਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਵੈਰ ਵਿਰੋਧ ਰੱਖਣ ਲੱਗਿਆ, ਕਿਉਂਕਿ ਗੁਰੂ ਨਾਨਕ ਦੇ ਦਰ ਕਰ ਵੇਖੇ ਏਡੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ, ਬਖਸ਼ਿਸ਼ ਰਹਿਮਤ ਵਰਤਣੀ ਸ਼ੁਰੂ ਹੋ ਗਈ। ਤੇ ਪਖੰਡੀ ਦਾ ਜਿਹੜਾ ਪ੍ਰਸ਼ਾਦਾ ਪਾਣੀ ਸੀ ਉਹ ਰੁਕਣਾ ਸ਼ੁਰੂ ਹੋ ਗਿਆ, ਉਹਦੇ ਆਮਦਨੀ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ, ਉਹਦੇ ਚੇਲੇ ਬਾਲ ਕੇ ਉਹਦੇ ਕੋਲ ਜਾਣੇ ਬੰਦ ਹੋ ਗਏ। ਇਧਰ ਗੁਰੂ ਅਰਜਨ ਦੇਵ ਮਹਾਰਾਜ ਵੱਲ ਸੰਗਤ ਆ ਰਹੀ ਹੈ ਤੇ ਉਹਨੇ ਜਿਉਂ ਕਿਉਂ ਤਿਉਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਤੀ ਗੱਲਾਂ ਉਦਾਂ ਦੀਆਂ ਭੜਕਾਊ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਸ ਸਰਹਾਲੀ ਨਗਰ ਤੋਂ ਕਢਵਾਉਣ ਦੀ ਵਿਚਾਰ ਕੀਤੀ ਕਿ ਜਦੋਂ ਸਤਿਗੁਰੂ ਜੀ ਜਾਣਗੇ ਫੇਰ ਹੀ ਮੇਰਾ ਕੰਮ ਬਣੇਗਾ। ਬਾਅਦ ਵਿੱਚ ਉਸ ਵੇਲੇ ਉਸ ਪਖੰਡੀ ਸਾਧ ਨੇ ਕਹਿੰਦੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੱਲਾਂ ਬਾਤਾਂ ਕਰਕੇ ਨਗਰ ਵਿੱਚੋਂ ਕਢਵਾ ਦਿੱਤਾ। ਉਹ ਕਹਿਣ ਲੱਗਾ ਇਹ ਤੇ ਆਪਣੇ ਭਰਾਤਾ ਬ੍ਰਿਥੀ ਚੰਦ ਦਾ ਨਹੀਂ ਬਣਿਆ, ਤੁਹਾਡਾ ਕਿਵੇਂ ਬਣ ਜਾਵੇਗਾ? ਸਮੇਂ ਦੀ ਸਰਕਾਰ ਦੇ ਨਾਲ ਇਹਨਾਂ ਦਾ ਵੈਰ ਵਿਰੋਧ ਚੱਲਦਾ, ਅਨੇਕ ਪ੍ਰਕਾਰ ਤੁਹਾਨੂੰ ਵੀ ਵਖੇੜੇ ਵਿੱਚ ਪਾ ਦੇਵੇਗਾ। ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਥੋਂ ਕੱਢ ਦਿਓ। ਤੇ ਨਗਰ ਦੇ ਲੋਕ ਕਹਿੰਦੇ ਪਖੰਡੀ ਸਾਧ ਦੇ ਪ੍ਰੇਰੇ ਹੋਏ ਚੇਲੇ ਬਾਲ ਕੇ ਜਿਹੜੇ ਸਨ, ਉਹਨਾਂ ਨੇ ਬਿਉਂਤ ਬਣਾਈ ਸਤਿਗੁਰੂ ਜੀ ਨੇ ਉੱਥੋਂ ਕੱਢਣ ਦੀ, ਤੋਰਨ ਦੀ ਵਿਚਾਰ ਬਣਾਈ। ਕਹਿੰਦੇ ਗੁਰੂ ਸਤਿਗੁਰੂ ਜੀ ਨੇ ਤੇ ਨਗਰਾਂ ਦਾ ਥਾਵਾਂ ਦਾ ਘਾਟਾ ਨਹੀਂ, ਤੇ ਜੇਕਰ ਸਤਿਗੁਰੂ ਜੀ ਦੇ ਇੱਥੇ ਹੋਣ ਤੇ ਸਾਡੇ ਨਾਲ ਕੋਈ ਇਦਾਂ ਦਾ ਦੁਖੇਵਾ ਵਿਚਾਰ ਬਣਦਾ ਹੈ ਤੇ ਬਹੁਤ ਔਖਾ ਹੋ ਜਾਣਾ। ਉਹਨਾਂ ਲੋਕਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿ ਦਿੱਤਾ ਕਿ ਤੁਸੀਂ ਇੱਥੋਂ ਚਲੇ ਜਾਓ। ਸਤਿਗੁਰੂ ਜੀ ਕਹਿੰਦੇ ਭਾਈ ਤੁਹਾਡੇ ਕਹਿਣ ਤੇ ਤਾਂ ਰਹੇ ਸਾਂ, ਸਾਰੀ ਵਿਚਾਰ ਹੋਈ ਸੀ। ਉਹ ਕਹਿੰਦੇ ਨਹੀਂ ਜੀ ਤੁਸੀਂ ਚਲੇ ਜਾਓ ਇੱਥੋਂ। ਤੇ ਬਾਅਦ ਵਿੱਚ ਬਹੁਤਾ ਕਹਿਣ ਲੱਗੇ। ਇੱਥੋਂ ਤੱਕ ਨੌਬਤ ਆਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਾੜੇ ਬਚਨ ਵੀ ਕਹੇ ਉਹਨਾਂ ਪਾਪੀਆਂ ਨੇ, ਉਹਨਾਂ ਦੁਸ਼ਟਾਂ ਲੋਕਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਹੁਤ ਹੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਤੇ ਸਤਿਗੁਰੂ ਜੀ ਉੱਥੋਂ ਹੁਣ ਉੱਠਣ ਲੱਗੇ ਨੇ ਤੇ ਸਤਿਗੁਰੂ ਜੀ ਨੇ ਉੱਥੇ ਇੱਕ ਕੌਤਕ ਰਚਾਉਣਾ ਕੀਤਾ ਕਿ ਇਹਨਾਂ ਨੇ ਗੁਰੂ ਨਾਨਕ ਦੇ ਦਰ ਕਰ ਦੀ ਨਿਰਾਦਰੀ ਕੀਤੀ ਹੈ। ਜੋ ਗੁਰੂ ਨਾਨਕ ਦੇ ਦਰ ਕਰ ਵਿਖੇ ਸੰਗਤ ਜੁੜਦੀ ਇਕੱਤਰ ਹੁੰਦੀ ਹੈ, ਉਹਨਾਂ ਵਾਸਤੇ ਇਹਨਾਂ ਨੇ ਬਹੁਤ ਮਾੜੀ ਵਿਚਾਰ ਰੱਖੀ ਹੈ, ਇਹਨਾਂ ਨੇ ਪਾਪ ਖੱਟਣਾ ਕੀਤਾ। ਗੁਰੂ ਨਾਨਕ ਦੇ ਦਰ ਕਰ ਦੀ ਸੰਗਤ ਨੂੰ ਤੋੜ ਕੇ ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ। ਇੱਥੇ ਸੰਗਤਾਂ ਆਉਂਦੀਆਂ ਸੀ, ਰੌਣਕਾਂ ਲੱਗਦੀਆਂ ਸੀ, ਸਿੱਖੀ ਦਾ ਪ੍ਰਚਾਰ ਹੁੰਦਾ ਸੀ, ਬੇਅੰਤ ਬਖਸ਼ਿਸ਼ਾਂ ਰਹਿਮਤਾਂ ਵਰਤਦੀਆਂ ਸਨ, ਪਰ ਇਹਨਾਂ ਪਾਪੀਆਂ ਨੇ ਇਹ ਸਭ ਕੁਝ ਰੁਕਾਵਟ ਬਣਾ ਦਿੱਤੀ। ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿ ਕੇ ਚੱਲਣ ਵਾਸਤੇ ਤਿਆਰ ਹੋ ਗਏ ਤੇ ਤੁਰਦਿਆਂ ਨੇ ਸਤਿਗੁਰੂ ਜੀ ਨੇ ਇੱਕ ਕੌਤਕ ਰਚਾਇਆ। ਸਤਿਗੁਰੂ ਜੀ ਦੇ ਨਜ਼ਦੀਕ ਇੱਕ ਇੱਟ ਪਈ ਸੀ, ਪੱਕੀ ਇੱਟ, ਤੇ ਸਤਿਗੁਰੂ ਜੀ ਨੇ ਉਹ ਪੱਕੀ ਇੱਟ ਨੂੰ ਜਦੋਂ ਭੰਨਿਆ ਤੇ ਉਹਦੇ 4 ਟੁਕੜੇ ਹੋ ਗਏ। 4 ਟੁਕੜੇ ਹੋਏ। ਸਤਿਗੁਰੂ ਜੀ ਨੇ ਚਾਰੋਂ ਟੁਕੜੇ ਕਹਿੰਦੇ ਉੱਤਰ ਪੂਰਬ ਦੱਖਣ ਪੱਛਮ ਵੱਲ ਇਹ ਚਾਰੇ ਟੁਕੜੇ ਸੁੱਟ ਦਿੱਤੇ, ਇੱਟ ਦੇ ਖਿਲਾਰ ਦਿੱਤੇ ਚਾਰੇ ਪਾਸੇ। ਤੇ ਉਸ ਵੇਲੇ ਕਹਿੰਦੇ ਬਾਬਾ ਬੁੱਢਾ ਜੀ ਨਜ਼ਦੀਕ ਖਲੋਤੇ ਸਨ ਕਿ ਸਤਿਗੁਰੂ ਜੀ ਕੋਈ ਇਦਾਂ ਦੀ ਵਿਚਾਰ ਕਰ ਰਹੇ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ, ਜਿਹੜੀ ਕਿ ਇਹਨਾਂ ਪਾਪੀਆਂ ਵਾਸਤੇ ਬਹੁਤ ਹੀ ਦੁਖਦਾਇਕ ਹੋਵੇਗੀ। ਤੇ ਬਾਬਾ ਬੁੱਢਾ ਜੀ ਪਰਉਪਕਾਰੀ ਨਜ਼ਦੀਕ ਖਲੋਤੇ। ਕਹਿੰਦੇ ਉਹਨਾਂ ਨੇ ਜਦੋਂ ਦੇਖਿਆ ਇਹ ਚਾਰੇ ਟੁਕੜੇ ਸਤਿਗੁਰੂ ਜੀ ਨੇ ਇੱਟ ਦੇ ਸੁੱਟ ਦਿੱਤੇ ਨੇ, ਤੇ ਉਸ ਵੇਲੇ ਚਾਰੇ ਦਿਸ਼ਾਵਾਂ ਵੱਲ ਸੁੱਟ ਦਿੱਤੇ ਤੇ ਬਾਬਾ ਬੁੱਢਾ ਜੀ ਚਾਰੇ ਦਿਸ਼ਾਵਾਂ ਵੱਲ ਗਏ। ਉਹ ਚਾਰੋਂ ਦਿਸ਼ਾਵਾਂ ਦੇ ਵਿੱਚੋਂ ਕਹਿੰਦੇ ਇੱਟਾਂ ਦੇ ਟੁਕੜੇ ਲੱਭਣ ਵਾਸਤੇ ਚਲੇ ਗਏ, ਢੂੰਡ ਕੇ ਲਿਆਂਦੇ ਤੇ ਕੀ ਹੋਇਆ? ਕਹਿੰਦੇ 3 ਟੁਕੜੇ ਮਿਲ ਗਏ।
ਉਸ ਇੱਟ ਦਾ ਇੱਕ ਟੁਕੜਾ ਨਹੀਂ ਮਿਲਿਆ। ਤੇ ਜਦੋਂ ਤਿੰਨੇ ਲਿਆ ਕੇ ਕਦਰ ਕਰ ਦਿੱਤੇ, ਸਤਿਗੁਰੂ ਜੀ ਮੈਥੋਂ ਇਹਨਾਂ ਪਾਪੀਆਂ ਦਾ ਮਾੜਾ ਹੁੰਦਾ ਵੀ ਨਹੀਂ ਦੇਖਿਆ ਜਾ ਰਿਹਾ, ਆਪ ਜੀ ਕਿਰਪਾ ਕਰੋ, ਮੈਨੂੰ ਖਿਮਾ ਬਖਸ਼ਣੀ। ਮੈਂ 3 ਇੱਟ ਦੇ ਟੁਕੜੇ ਚੁੱਕ ਲਿਆਇਆ, ਕਦਰ ਕਰ ਦਿੱਤੇ ਨੇ, ਤੇ ਚੌਥਾ ਟੁਕੜਾ ਨਹੀਂ ਲੱਭਿਆ। ਮੈਂ ਨਹੀਂ ਕਹਿੰਦਾ ਕਿ ਇਹ ਜਿਹੜੇ ਪਾਪੀ ਲੋਕਾਂ ਨੇ ਪਾਪ ਕਮਾਇਆ ਇਹਦੇ ਕਰਕੇ ਇਹਨਾਂ ਨੂੰ ਕੋਈ ਸਜ਼ਾ ਪ੍ਰਾਪਤ ਹੋਵੇ, ਪਰ ਸਤਿਗੁਰੂ ਜੀ ਇਹਨਾਂ ਦੀ ਮੱਤ, ਇਹਨਾਂ ਦੀ ਬੁੱਧੀ ਉਹਨਾਂ ਇਦਾਂ ਦੀ ਹੈ। ਮੱਤ ਥੋੜੀ ਸੇਵ ਗਵਾਈ ਹੈ, ਕਹਿੰਦੇ ਥੋੜੀ ਮੱਤ ਹੋਣ ਕਰਕੇ ਇਹਨਾਂ ਨੇ ਆਪ ਜੀ ਦੀ ਸੇਵਾ, ਆਪ ਜੀ ਦੀ ਬਖਸ਼ਿਸ਼ ਰਹਿਮਤ ਗਵਾ ਦਿੱਤੀ, ਖਤਮ ਕਰ ਦਿੱਤੀ ਹੈ। ਆਪ ਜੀ ਕਿਰਪਾ ਕਰੋ ਸਤਿਗੁਰੂ ਜੀ, ਇਹਨਾਂ ਨੂੰ ਬਖਸ਼ ਦਿਓ, ਪਾਪੀ ਨੇ। ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨਿਮਰਤਾ ਸਹਿਤ ਆਏ ਤੇ ਬਚਨ ਵਿਲਾਸ ਕੀਤੇ। ਸਤਿਗੁਰੂ ਜੀ ਕਹਿੰਦੇ, ਚੰਗਾ ਬਾਬਾ ਬੁੱਢਾ ਜੀ, ਬ੍ਰਹਮ ਗਿਆਨੀ ਜੀ, ਜਿਵੇਂ ਤੁਹਾਡੇ ਮਨ ਦੀ ਵਿਚਾਰ, ਉਸ ਵੇਲੇ ਸਤਿਗੁਰੂ ਨੇ ਬਚਨ ਉਚਾਰਨ ਕੀਤੇ। ਕਹਿੰਦੇ ਆ ਜਿਹੜੇ 4 ਟੁਕੜੇ ਤੁਸੀਂ ਇੱਟ ਦੇ ਦੇਖੇ ਆ, ਇਹਨਾਂ 4 ਟੁਕੜਾਂ ਨੂੰ ਅਸੀਂ ਚਾਰੇ ਦਿਸ਼ਾਵਾਂ ਦੇ ਵੱਲ ਸੁੱਟ ਦਿੱਤਾ ਸੀ, ਤੇ ਜਿਹੜੇ 3 ਟੁਕੜੇ ਪ੍ਰਾਪਤ ਹੋ ਗਏ ਨੇ, ਉਧਰ ਦੇ ਗੁਰੂ ਨਾਨਕ ਦੇ ਮਹਾਰਾਜ ਦੀ ਬਖਸ਼ਿਸ਼ ਰਹਿਮਤ ਵਰਤੇਗੀ, ਪ੍ਰਾਪਤ ਹੋਵੇਗੀ। ਆ 3 ਟੁਕੜੇ ਲੱਭ ਗਏ ਨੇ, ਇਧਰ ਦੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਤੇਗੀ। ਪਰ ਜਿਹੜਾ ਚੌਥਾ ਟੁਕੜਾ ਇੱਟ ਦਾ ਜਿਹੜਾ ਲੱਭਿਆ ਨਹੀਂ, ਇਧਰ ਕਹਿੰਦੇ ਇਧਰ ਦੇ ਥਾਂ, ਇਧਰ ਦੀ ਜ਼ਮੀਨ ਆ ਨਾ ਜਿਹੜੀ, ਉਹ ਜ਼ਮੀਨ ਉਪਜਾਊ ਨਹੀਂ ਰਹਿਣੀ, ਕੱਲਰ ਖੇਤੀ ਰਹਿ ਜਾਣੀ ਹੈ। ਜਿਉਂ ਦੀ ਤਿਉਂ ਬਿਆਬਾਨ ਬਣ ਕੇ ਰਹਿ ਜਾਣੀ। ਕਹਿੰਦੇ ਇਹਨਾਂ ਦੇ ਕੀਤੇ ਹੋਏ ਪਾਪ ਦੀ ਇਹਨਾਂ ਨੂੰ ਇਹ ਸਜ਼ਾ ਏ। ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਪਾਵਨ ਪਵਿੱਤਰ ਮੁਖਾਰਬਿੰਦ ਵਿੱਚੋਂ ਬਚਨ ਉਚਾਰਨ ਕੀਤੇ, ਤੇ ਉੱਥੋਂ ਚੱਲ ਕੇ ਕਹਿੰਦੇ ਇੱਕ ਭੈਣੀ ਨਗਰ ਹੈ ਨਜ਼ਦੀਕ, ਉਸੇ ਸਰਹਾਲੀ ਨਗਰ ਦੇ, ਤੇ ਸਤਿਗੁਰੂ ਜੀ ਉਹ ਭੈਣੀ ਨਗਰ ਵਿਖੇ ਪਹੁੰਚ ਗਏ। ਉਥੇ ਸੰਗਤਾਂ ਬੇਅੰਤ ਸਤਿਗੁਰ ਦੇ ਨਾਲ ਗਈਆਂ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਭੈਣੀ ਨਗਰ ਵਿਖੇ ਪਹੁੰਚੇ, ਜਿੱਥੋਂ ਦਾ ਇੱਕ ਕਹਿੰਦੇ ਪੰਚ ਹੈ, ਜਿਵੇਂ ਹੁਣ ਕਹਿ ਦਿੰਦੇ ਆ ਕਿ ਸਰਪੰਚ ਹੈ, ਉਦੋਂ ਦਾ ਮੇਨ ਅਹੁਦੇਦਾਰ ਹੈ ਨਗਰ ਦਾ। ਤੇ ਕਹਿੰਦੇ ਉਹ ਜਿਸ ਵੇਲੇ ਉਹਨੇ ਸੁਣਿਆ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਪਧਾਰੇ ਨੇ ਸੰਗਤ ਸਮੇਤ, ਨਾਲ ਸਤਿਕਾਰਯੋਗ ਮਾਤਾ ਗੰਗਾ ਜੀ ਵੀ ਹੈ ਸਤਿਗੁਰ ਦੇ ਮਹਿਲ, ਤੇ ਜਦੋਂ ਉਹਨੇ ਦੇਖਿਆ ਸਤਿਗੁਰੂ ਜੀ ਇੱਥੇ ਪਧਾਰੇ ਨੇ, ਕਹਿੰਦੇ ਉਹਨੇ ਬੇਅੰਤ ਸਤਿਕਾਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਦਾ। ਬਾਕੀ ਨਗਰ ਦੇ ਜਿਹੜੇ ਹੋਰ ਲੋਕ ਸਨ, ਉਹਨਾਂ ਨੇ ਵੀ ਰਲ ਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਸਤਿਕਾਰ ਕੀਤਾ। ਸਭ ਨੇ ਇਕੱਤਰ ਹੋ ਕੇ ਸਤਿਗੁਰੂ ਜੀ ਨੇ ਜੀ ਆਇਆ ਉਹ ਭਗਤ ਕੀਤੀ ਹੈ। ਤੇ ਗੁਰੂ ਪਿਆਰਿਓ, ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਿਲ ਸਤਿਕਾਰਯੋਗ ਮਾਤਾ ਗੰਗਾ ਜੀ, ਉਹਨਾਂ ਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਉਹ ਪੰਚ ਦੀ ਜਿਹੜੀ ਪਤਨੀ ਸੀ ਉਹ ਆਪਣੇ ਗ੍ਰਹਿ ਵਿਖੇ ਲੈ ਗਈ ਸਤਿਗੁਰੂ ਜੀ ਤੋਂ ਆਗਿਆ ਲੈ ਕੇ, ਤੇ ਘਰ ਵਿੱਚ ਜਾ ਕੇ ਮਾਤਾ ਗੰਗਾ ਜੀ ਦਾ ਪੂਰਨ ਸਤਿਕਾਰ ਕੀਤਾ, ਰਿਸਪੈਕਟ ਕੀਤੀ ਹੈ, ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ ਹੈ। ਉਸ ਵੇਲੇ ਕਹਿੰਦੇ ਉਸੇ ਪੰਚ ਦੀ ਪਤਨੀ ਨੇ ਵਿਚਾਰ ਕੀਤੀ, ਹੁਣ ਕਹਿੰਦੇ ਮਾਤਾ ਗੰਗਾ ਜੀ ਦੇ ਜਲ ਪਾਣੀ ਛਕ ਲਿਆ, ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਬੜੀ ਭੁੱਖ ਲੱਗੀ ਹੋਵੇਗੀ। ਜੇ ਮੈਂ ਦਾਲ ਪਾਣੀ ਕੋਈ ਸਬਜ਼ੀ ਵਗੈਰਾ ਤਿਆਰ ਕਰਨ ਲੱਗੀ ਤੇ ਟਾਈਮ ਲੱਗ ਜਾਣਾ। ਉਹਨੇ ਵਿਚਾਰ ਕੀਤੀ, ਕਹਿੰਦੇ ਇੱਕ ਬਰਤਨ ਦੇ ਵਿੱਚ ਘਿਓ ਗਰਮ ਕਰਕੇ ਵਿੱਚ ਖੰਡ ਮਿਲਾ ਕੇ ਤਾਜ਼ੇ ਪ੍ਰਸ਼ਾਦੇ ਤਿਆਰ ਕਰਕੇ ਚੂਰੀ ਕੁੱਟੀ ਹੈ, ਉਹ ਚੂਰੀ ਬਣਾ ਕੇ ਇੱਕ ਛੰਨੇ ਵਿੱਚ ਪਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਸਨਮੁਖ ਭੇਟਾ ਕਰਕੇ ਲੈ ਕੇ ਸਤਿਗੁਰ ਦੇ ਸਨਮੁਖ ਪਹੁੰਚੀ ਹੈ। ਜਾ ਕੇ ਨਮਸਕਾਰ ਕੀਤੀ ਬੜੇ ਪਿਆਰ ਦੇ ਨਾਲ, ਭਾਵਨਾ ਸ਼ਰਧਾ ਦੇ ਨਾਲ, ਤੇ ਸਤਿਗੁਰੂ ਜੀ ਨੂੰ ਜਾ ਕੇ ਉਹ ਚੂਰੀ ਦਾ ਛੰਨਾ ਪਕੜਾ ਦਿੱਤਾ।
ਉਹ ਕਹਿਣ ਲੱਗੀ, ਸਤਿਗੁਰੂ ਜੀ ਮੇਰੀ ਬੇਨਤੀ ਹੈ, ਇਹ ਮੇਰੇ ਮਨ ਦੀ ਭਾਵਨਾ ਸੀ ਕਿ ਤੁਸੀਂ ਭੁੱਖੇ ਬੈਠੇ ਹੋਵੋਗੇ। ਸਤਿਗੁਰੂ ਜੀ ਕਹਿੰਦੇ, ਹਾਂ ਵਾਕਈ ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ, ਲਿਆਓ ਚੂਰੀ ਛਕਾਉਣਾ ਕਰੋ, ਛੰਨਾ ਪਕੜਾਓ। ਤੇ ਕਹਿੰਦੇ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਚੂਰੀ ਦਾ ਛੰਨਾ ਪਕੜਿਆ, ਚੂਰੀ ਖਾਧੀ ਛਕੀ ਹੈ, ਤੇ ਉਸ ਚੂਰੀ ਦੇ ਵਿੱਚੋਂ ਇੰਨਾ ਆਨੰਦ ਪ੍ਰਾਪਤ ਆਇਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਭਾਵਕ ਹੀ ਕਹਿ ਦਿੱਤਾ ਉਸ ਪੰਚ ਦੀ ਪਤਨੀ ਨੂੰ ਕਿ ਭਾਈ ਇਸ ਚੂਰੀ ਦੇ ਵਿੱਚੋਂ ਸਾਨੂੰ ਇੰਨਾ ਆਨੰਦ ਪ੍ਰਾਪਤ ਹੋਇਆ ਜਿਵੇਂ ਚੋਲਾ ਛਕ ਰਹੇ ਹੋਵੇਂ। ਇਹ ਚੋਲੇ ਵਾਂਗ ਕਹਿੰਦੇ ਚੰਗੇ ਚੋਖੇ ਵਾਂਗ ਇਹਦਾ ਆਨੰਦ ਪ੍ਰਾਪਤ ਹੋਇਆ। ਤੇ ਉਸ ਵੇਲੇ ਸਤਿਗੁਰੂ ਜੀ ਨੇ ਪੰਚ ਦੀ ਪਤਨੀ ਦੇ ਉੱਤੇ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਉਹਦੀਆਂ ਜਿਹੜੀਆਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਦਿੱਤੀਆਂ। ਸਤਿਗੁਰੂ ਦੀ ਕਿਰਪਾ ਰਹਿਮਤ ਹੋ ਗਈ। ਬਾਅਦ ਵਿੱਚ ਨਗਰ ਦੇ ਲੋਕ ਵੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਪੂਰਨ ਸਤਿਕਾਰ ਕਰਨ ਲੱਗੇ ਨੇ। ਜੋ ਵੀ ਨਗਰ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਸਨਮੁਖ ਪਹੁੰਚ ਕੇ ਬੇਅੰਤ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ ਹੈ। ਸਭ ਜਾਣੇ ਸਤਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਨ ਲੱਗੇ ਨੇ। ਤੇ ਗੁਰੂ ਪਿਆਰਿਓ, ਉਸ ਵੇਲੇ ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ। ਇਦਾਂ ਬਚਨ ਵਿਲਾਸ ਕੀਤੇ, ਸੰਗਤਾਂ ਨੂੰ ਸਿੱਖੀ ਦਾ ਵਿਸਥਾਰ ਕੀਤਾ, ਸਿੱਖੀ ਪ੍ਰਦਾਨ ਕੀਤੀ ਸਤਿਗੁਰੂ ਜੀ ਨੇ। ਬੇਅੰਤ ਸੰਗਤਾਂ ਸਤਿਗੁਰੂ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਨਦਰੋ ਨਦਰ ਨਿਹਾਲ ਹੋ ਰਹੇ ਨੇ। ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ। ਗੁਰੂ ਸਤਿਗੁਰੂ ਜੀ ਦੀਵਾਨ ਲਗਾ ਕੇ ਬੈਠੇ ਸਨ ਤੇ ਉਸ ਵੇਲੇ ਨਗਰ ਦੇ ਲੋਕ ਬੇਅੰਤ ਇਕੱਠ ਦੇ ਰੂਪ ਦੇ ਵਿੱਚ ਆ ਕੇ ਸਤਿਗੁਰੂ ਦੇ ਸਨਮੁਖ ਬੈਠ ਗਏ, ਵਿਰਾਜਮਾਨ ਹੋ ਗਏ। ਸਤਿਗੁਰੂ ਜੀ ਨੇ ਪੁੱਛਿਆ, ਕਹਿੰਦੇ ਭਾਈ ਇਸ ਨਗਰ ਦਾ ਨਾਮ ਕੀ ਹੈ? ਇੱਕ ਮਨੁੱਖ ਉੱਠਿਆ, ਉਹ ਕਹਿੰਦਾ ਜੀ ਇਸ ਨਗਰ ਦਾ ਨਾਮ ਭੈਣੀ ਹੈ। ਭੈਣੀ ਕਰਕੇ ਲੋਕ ਵਰਣਨ ਕਰਦੇ ਆ, ਜਾਣਦੇ ਆ, ਤੇ ਭੈਣੀ ਨਾਮ ਕਰਕੇ ਮਸ਼ਹੂਰ ਹੈ। ਸਤਿਗੁਰੂ ਜੀ ਨੇ ਸੁਭਾਵਕ ਬਚਨ ਕਹਿ ਦਿੱਤੇ, ਕਹਿੰਦੇ ਇਸ ਨਗਰ ਦਾ ਨਾਮ ਅੱਜ ਤੋਂ ਭੈਣੀ ਨਹੀਂ, ਚੋਲਾ ਸਾਹਿਬ ਕਰਕੇ ਵਰਣਨ ਹੋਵੇਗਾ। ਲੋਕ ਇਸ ਨਗਰ ਨੂੰ ਚੋਲਾ ਕਹਿ ਕੇ ਉਚਾਰਿਆ ਕਰਨਗੇ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਇਦਾਂ ਬਚਨ ਕਿਹਾ ਤੇ ਇੱਕ ਸਧਾਰਨ ਜਿਹਾ ਮਨੁੱਖ ਹੈ ਜਿਹੜਾ ਉੱਠਿਆ ਉਸ ਸੰਗਤ ਦੇ ਇਕੱਠ ਦੇ ਵਿੱਚੋਂ, ਕਹਿੰਦਾ ਨਹੀਂ ਸਤਿਗੁਰੂ ਜੀ ਨਗਰ ਦਾ ਨਾਮ ਭੈਣੀ ਹੈ, ਚੋਲਾ ਨਗਰ ਨਹੀਂ ਹੈ। ਸਤਿਗੁਰੂ ਜੀ ਨੇ ਫੇਰ ਕਹਿ ਦਿੱਤਾ, ਕਹਿੰਦੇ ਨਹੀਂ ਵੀ ਇਹ ਨਗਰ ਦਾ ਨਾਮ ਚੋਲਾ ਸਾਹਿਬ ਹੈ। ਉਹ ਮੂਰਖ ਜਿਹੜਾ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਨੂੰ ਜਾਣ ਨਹੀਂ ਸਕਿਆ, ਉਹ ਕਹਿੰਦਾ ਨਹੀਂ ਸਤਿਗੁਰੂ ਜੀ ਤੁਸੀਂ ਐਵੇਂ ਕਹੀ ਜਾਂਦੇ ਹੋ, ਇਹ ਨਗਰ ਦਾ ਨਾਮ ਭੈਣੀ ਹੈ, ਚੋਲਾ ਨਗਰ ਤੇ ਅਸੀਂ ਕਦੇ ਸੁਣਿਆ ਹੀ ਨਹੀਂ, ਇਹ ਨਗਰ ਦਾ ਨਾਮ ਹੀ ਭੈਣੀ ਹੈ। ਜਦੋਂ ਤੀਜੀ ਦਫਾ ਕਿਹਾ ਫੇਰ ਉਹਨੇ ਗੱਲ ਮੋੜ ਦਿੱਤੀ। ਸਤਿਗੁਰੂ ਜੀ ਕਹਿੰਦੇ ਐਵੇਂ ਕਮਲਾ ਆਪਦੀਆਂ ਗੱਲਾਂ ਮਾਰੀ ਜਾਂਦਾ, ਜਿਹੜੀ ਅਸੀਂ ਗੱਲ ਕਹਿੰਦੇ ਉਹ ਗੱਲ ਨੂੰ ਸਮਝਦਾ ਨਹੀਂ, ਐਵੇਂ ਪਾਗਲ ਹੈ। ਤੇ ਜਦੋਂ ਇਹ ਬਚਨ ਕਹੇ ਸਤਿਗੁਰੂ ਜੀ ਨੇ, ਕਹਿੰਦੇ ਸੁਭਾਵਕ ਹੀ ਉਹ ਮਨੁੱਖ ਸੰਗਤ ਵਿੱਚ ਬੈਠਾ ਪਾਗਲ ਹੋ ਗਿਆ। ਉਹਨੇ ਆਪਣੇ ਕੱਪੜੇ ਪਾੜ ਲਏ, ਬੇਅੰਤ ਇਦਾਂ ਦਾ ਆਪਣਾ ਰੂਪ ਧਾਰਨ ਕਰ ਲਿਆ ਕਿ ਲੋਕ ਉਹ ਤੋਂ ਡਰਨ ਲੱਗ ਪਏ, ਪਾਗਲ ਹੋ ਗਿਆ। ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਨੂੰ ਜਾਣ ਨਹੀਂ ਸਕਿਆ। ਕਈ ਦਫਾ ਸਤਿਗੁਰੂ ਜੀ ਸਾਨੂੰ ਰਮਜ਼ਾਂ ਦੇ ਕੇ ਸਮਝਾਉਂਦੇ ਨੇ, ਪਰ ਸਾਡੀ ਤੁੱਛ ਬੁੱਧੀ ਹੁੰਦੀ, ਉਹ ਗੁਰੂ ਸਤਿਗੁਰ ਦੀ ਰਮਜ ਨੂੰ, ਸਤਿਗੁਰ ਦੇ ਇਸ਼ਾਰੇ ਨੂੰ ਸਮਝ ਨਹੀਂ ਜੇ ਸਕਦੀ। ਸਤਿਗੁਰੂ ਜੀ ਦੇ ਥਾਂ ਥਾਂ ਤੇ ਉਪਦੇਸ਼ ਦਿੰਦੇ ਨੇ, ਵਰਣਨ ਕਰਦੇ ਨੇ, ਸਿੱਖ ਨੂੰ ਸਮਝਾਉਂਦੇ ਨੇ, ਚੰਗੇ ਮੰਦੇ ਦੀ ਸਾਰ ਦੱਸਦੇ ਸਤਿਗੁਰੂ ਜੀ। ਪਰ ਫੇਰ ਵੀ ਕਹਿੰਦੇ ਜੇਕਰ ਕੋਈ ਮਨੁੱਖ ਸਤਿਗੁਰੂ ਦੀ ਵਿਚਾਰ ਨੂੰ ਜਾਣੇ ਜਾਂ ਨਾ ਜਾਣੇ, ਉਸ ਵਿਚਾਰ ਨੂੰ ਸਮਝੇ ਜਾਂ ਨਾ ਸਮਝੇ, ਕਹਿੰਦੇ ਮਨੁੱਖ ਤੇ ਨਿਰਭਰ ਹੈ। ਬਾਅਦ ਵਿੱਚ ਜੋ ਸੰਸਾਰ ਦੇ ਵਿੱਚ ਹੁੰਦਾ ਉਹਦਾ ਰਿਜ਼ਲਟ ਭੁਗਤਣਾ ਪੈਂਦਾ ਤੇ ਮਨੁੱਖ ਨੂੰ ਫਿਰ ਬੜਾ ਦੁੱਖ ਪ੍ਰਾਪਤ ਹੁੰਦਾ।
ਫਿਰ ਕਹਿੰਦੇ ਉਹਦੀ ਬੁੱਧੀ, ਉਹਦੀ ਮੱਤ ਟਿਕਾਣੇ ਆਉਂਦੀ ਹੈ। ਤੇ ਬਾਕੀ ਉਸ ਵੇਲੇ ਕਹਿੰਦੇ ਸਮਾਂ ਕਾਫੀ ਬਤੀਤ ਹੋ ਜਾਂਦਾ ਹੁੰਦਾ, ਫਿਰ ਸੰਭਲਣਾ ਵੀ ਬਹੁਤ ਔਖਾ ਹੋ ਜਾਂਦਾ, ਫਿਰ ਉਹ ਸਮਾਂ ਨਹੀਂ ਪ੍ਰਾਪਤ ਹੁੰਦਾ। ਤਾਂ ਤੇ ਰਹੋ ਵਿਚਾਰ। ਸਤਿਗੁਰੂ ਜੀ ਕਹਿੰਦੇ ਇਸ ਮਨੁੱਖ ਨੇ ਜਦੋਂ ਤੀਜੀ ਦਫਾ ਵੀ ਸਤਿਗੁਰ ਦੇ ਬਚਨ ਮੋੜ ਦਿੱਤੇ, ਕਹਿਣ ਲੱਗਾ ਸਤਿਗੁਰੂ ਜੀ ਨਹੀਂ, ਇਹ ਨਗਰ ਦਾ ਨਾਮ ਤੇ ਭੈਣੀ ਹੈ, ਤੁਸੀਂ ਐਵੇਂ ਚੋਲਾ ਨਗਰ ਕਹੀ ਜਾਂਦੇ, ਚੋਲਾ ਤੇ ਕਦੇ ਸੁਣਿਆ ਹੀ ਨਹੀਂ, ਨਾ ਅੱਜ ਤੱਕ ਕਿਸੇ ਨੇ ਦੇਖਿਆ, ਨਾ ਸਾਡੇ ਨਗਰ ਨੂੰ ਏਦਾਂ ਕੋਈ ਜਾਣਦਾ। ਸਤਿਗੁਰੂ ਜੀ ਨੇ ਜਦੋਂ ਬਚਨ ਕਹੇ ਤੇ ਉੱਥੋਂ ਦੀ ਜਿਹੜੀ ਮੋਹਤਵਾਰ ਲੋਕ ਸਨ, ਪੰਚਾਇਤ ਸਨ, ਕਹਿੰਦੇ ਉਹ ਸਾਰੇ ਡਰ ਗਏ ਕਿ ਸਤਿਗੁਰੂ ਜੀ ਨੇ ਕਿੱਦਾਂ ਬਖਸ਼ਿਸ਼ ਰਹਿਮਤ ਕਰ ਦਿੱਤੀ, ਕਿੱਦਾਂ ਦੇ ਵਿਚਾਰ ਕਰ ਦਿੱਤੀ ਹੈ। ਉਸ ਵੇਲੇ ਸਤਿਗੁਰੂ ਜੀ ਨੇ ਕਹਿ ਦਿੱਤਾ, ਕਹਿੰਦੇ ਅੱਜ ਤੋਂ ਬਾਅਦ ਇਹ ਨਗਰ ਦਾ ਨਾਮ ਚੋਲਾ ਨਗਰ ਕਰਕੇ ਵਰਣਨ ਕੀਤਾ ਜਾਵੇਗਾ। ਤੇ ਪੰਚਾਇਤ ਦੇ ਲੋਕ ਬੈਠੇ ਵਿੱਚ ਉਹ ਸਤਿਗੁਰੂ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਨ ਲੱਗੇ, ਡਰਦੇ ਵੀ ਇਹ ਵਿੱਚੋਂ ਕਿ ਸਾਡੇ ਨਾਲ ਨਾ ਇਦਾਂ ਦਾ ਭਾਣਾ ਵਰਤ ਜਾਵੇ, ਕਿਉਂਕਿ ਜੋ ਸਤਿਗੁਰੂ ਜੀ ਬਚਨ ਕਹਿੰਦੇ ਉਹ ਪੂਰੇ ਹੁੰਦੇ ਨੇ, ਅਟਲ ਹੁੰਦੇ ਨੇ। ਉਸ ਵੇਲੇ ਉਹ ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰ ਦਿਓ, ਬਖਸ਼ ਦਿਓ, ਸਾਡੀ ਤੁੱਛ ਬੁੱਧੀ ਹੈ, ਕਲਯੁਗੀ ਜੀਵ ਹੈ, ਅਸੀਂ ਆਪ ਜੀ ਦੀ ਬਖਸ਼ਿਸ਼ ਰਹਿਮਤ ਨੂੰ ਜਾਣ ਨਹੀਂ ਸਕਦੇ, ਆਪ ਜੀ ਦੇ ਰਮਜ਼ਾਂ ਨੂੰ ਸਮਝ ਨਹੀਂ ਸਕਦੇ। ਉਸ ਵੇਲੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ ਉਹ ਲੋਕ, ਕਹਿੰਦੇ ਸਤਿਗੁਰੂ ਜੀ ਬਖਸ਼ ਦਿਓ, ਇਸ ਮਨੁੱਖ ਨੂੰ ਕਹਿੰਦੇ ਤੋਂ ਪਾਪ ਹੋ ਗਿਆ, ਬਖਸ਼ ਦਿਓ, ਰਹਿਮਤ ਕਰ ਦਿਓ। ਹੁਣ ਸਤਿਗੁਰੂ ਜੀ ਕਹਿੰਦੇ ਜਿਹੜੇ ਬਚਨ ਨਿਕਲ ਗਏ ਉਹ ਵਾਪਸ ਤੇ ਮੁੜ ਕੇ ਆਉਣੇ ਨਹੀਂ। ਜਿਵੇਂ ਤੀਰ ਵਿੱਚੋਂ, ਕਮਾਨ ਵਿੱਚੋਂ ਤੀਰ ਨਿਕਲਿਆ, ਵਾਪਸ ਨਹੀਂ ਆਉਂਦਾ, ਰਾਈਫਲ ਦੇ ਵਿੱਚੋਂ ਫਾਇਰ ਕੀਤਾ, ਵਾਪਸ ਨਹੀਂ ਆਉਂਦਾ, ਪੁਲਾਂ ਦੇ ਥੱਲੋਂ ਪਾਣੀ ਨਿਕਲਿਆ, ਵਾਪਸ ਨਹੀਂ ਆਉਂਦਾ। ਇਸ ਤਰ੍ਹਾਂ ਕਹਿੰਦੇ ਬਚਨ ਕੀਤੇ ਵਾਪਸ ਨਹੀਂ ਮੁੜਦੇ, ਕਹਿੰਦੇ ਤੇ ਹੁਣ ਹੋ ਕੇ ਰਵੇਗਾ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਹਾਂ ਇੰਨਾ ਕੁ ਅਸੀਂ ਕਹਿ ਦਿੰਨੇ ਆ ਕਿ ਇਹ ਮਨੁੱਖ ਦੇ ਉੱਤੇ ਇਦਾਂ ਦੀ ਵਿਚਾਰ ਹੋਵੇਗੀ, ਪਾਗਲ ਜ਼ਰੂਰ ਹੋਵੇਗਾ, ਇਹ ਝੱਲਾ ਜ਼ਰੂਰ ਹੋਵੇਗਾ, ਪਰ ਕੁਝ ਕੁ ਸਮੇਂ ਬਾਅਦ ਕਹਿੰਦੇ ਫੇਰ ਉਸੇ ਤਰ੍ਹਾਂ ਨਾਰਮਲੀ ਹੋ ਜਾ ਕਰੇਗਾ, ਉਸੇ ਤਰ੍ਹਾਂ ਇਹਦੀ ਮੱਤ ਬੁੱਧੀ ਚੰਗੀ ਦੁਰਸਤ ਹੋ ਜਾ ਕਰੇਗੀ, ਕੰਮ ਕਰਿਆ ਕਰੇਗੀ, ਤੇ ਥੋੜੇ ਸਮੇਂ ਬਾਅਦ ਫੇਰ ਕਹਿੰਦੇ ਉਸੇ ਤਰ੍ਹਾਂ ਪਾਗਲ ਹੋ ਜਾਇਆ ਕਰੇਗਾ। ਇਦਾਂ ਕਹਿੰਦੇ ਦਾ ਜੀਵਨ ਬਣਦਾ ਚੱਲਦਾ ਜਾਵੇਗਾ। ਇਹਨੇ ਗੁਰੂ ਨਾਨਕ ਦੇ ਦਰਕਾਰ ਦੀ ਬਖਸ਼ਿਸ਼ ਰਹਿਮਤ ਨੂੰ ਜਾਣਿਆ ਨਹੀਂ, ਪਛਾਣਿਆ ਨਹੀਂ। ਉਸ ਵੇਲੇ ਕਹਿੰਦੇ ਸਤਿਗੁਰੂ ਜੀ ਨੇ ਵੀ ਬਚਨ ਕਹੇ, ਕਹਿੰਦੇ ਹੁਣ ਇੱਕ ਤਾਂ ਸਾਡੇ ਬਚਨਾਂ ਦੀ ਇਹ ਵਿਚਾਰ ਹੈ ਕਿ ਇਹ ਨਗਰ ਦਾ ਨਾਮ ਚੋਲਾ ਕਰਕੇ ਵਰਣਨ ਹੋਵੇਗਾ। ਦੂਜੀ ਨਿਸ਼ਾਨੀ ਹੈ ਕਿ ਇਹ ਜਿਹੜਾ ਮਨੁੱਖ ਹੈ ਇਹਦੀ ਵੰਸ਼ ਦੇ ਵਿੱਚ ਇੱਕ ਮਨੁੱਖ ਇਦਾਂ ਦਾ ਜ਼ਰੂਰ ਹੋਇਆ ਕਰੇਗਾ, ਇਹਦੀ ਪੀੜ੍ਹੀ ਵਿੱਚ, ਇਹਦੀ ਵੰਸ਼ ਦੇ ਵਿੱਚ ਇੱਕ ਪਾਗਲ ਹੋਇਆ ਕਰੇਗਾ ਪੈਦਾ ਇਹਨਾਂ ਦੇ ਘਰ ਦੇ ਵਿੱਚ। ਉਹ ਸਮਾਂ ਪਾ ਕੇ ਦਿਨ ਦੇ ਵਿੱਚ ਕਾਫੀ ਵਾਰ ਠੀਕ ਵੀ ਹੋ ਜਾਇਆ ਕਰੇਗਾ ਤੇ ਕਾਫੀ ਵਾਰ ਪਾਗਲ ਵੀ ਹੋ ਜਾਇਆ ਕਰੇਗਾ। ਤੇ ਕਹਿੰਦੇ ਇਦਾਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਉਚਾਰਨ ਕੀਤੇ। ਉਸ ਪਰਿਵਾਰ ਦੇ ਵਿੱਚ ਅੱਜ ਤੱਕ ਵੀ ਕਹਿੰਦੇ ਉਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਵਰਤ ਰਹੇ ਨੇ। ਉਹ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੀ ਕਹਿੰਦੇ ਉਹਨਾਂ ਦੀ ਪੀੜ੍ਹੀ ਵਿੱਚ ਇੱਕ ਪਾਗਲ ਮਨੁੱਖ ਜ਼ਰੂਰ ਪੈਦਾ ਹੁੰਦਾ, ਜਿਹੜਾ ਕਿ ਦਿਨ ਦੇ ਵਿੱਚ ਠੀਕ ਵੀ ਹੋ ਜਾਂਦਾ ਤੇ ਪਾਗਲ ਵੀ ਹੋ ਜਾਂਦਾ। ਇਹ ਉਹਨਾਂ ਦੀ ਪੀੜ੍ਹੀ ਵਿੱਚ, ਵੰਸ਼ ਵਿੱਚ ਤੁਰਿਆ ਆਉਂਦਾ ਉਸ ਸਮੇਂ ਦਾ ਇਹ ਕੰਮ, ਇਹ ਬਚਨ ਤੁਰੇ ਆਉਂਦੇ ਨੇ। ਤੇ ਕਹਿੰਦੇ ਇਦਾਂ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਅੱਜ ਤੱਕ ਵੀ ਉਹਨਾਂ ਦੀ ਪੀੜ੍ਹੀ ਦੇ ਵਿੱਚ ਇਹ ਲੀ ਤੁਰੀ ਆਉਂਦੀ ਹੈ। ਤੇ ਬਾਅਦ ਵਿੱਚ ਕਹਿੰਦੇ ਨਗਰ ਦੇ ਲੋਕਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਅਸੀਂ ਤੇ ਸਮੇਂ ਦੀ ਸਰਕਾਰ ਦੇ ਕੋਲ ਮਾਮਲਾ ਵੀ ਭਰਨ ਜਾਂਦੇ ਆ, ਟੈਕਸ ਵੀ ਭਰਨ ਜਾਂਦੇ ਆ ਉੱਥੇ ਦਿੱਲੀ ਵਿਖੇ, ਤੇ ਉੱਥੇ ਸਾਡੇ ਨਗਰ ਦਾ ਨਾਮ ਭੈਣੀ ਕਰਕੇ ਵਰਣਨ ਕੀਤਾ, ਭੈਣੀ ਨਗਰ। ਤੇ ਜੇ ਉੱਥੇ ਗਏ
ਤੇ ਉਹਨਾਂ ਨੇ ਕਹਿ ਦੇਣਾ ਕਿ ਚੋਲਾ ਨਗਰ ਦੇ ਸਾਡੇ ਰਜਿਸਟਰਾਂ ਦੇ ਵਿੱਚ, ਕਾਗਜ਼ਾਂ ਦੇ ਵਿੱਚ ਲਿਖਿਆ ਹੀ ਨਹੀਂ। ਤੇ ਉੱਥੇ ਤੇ ਸਤਿਗੁਰੂ ਜੀ ਭੈਣੀ ਨਗਰ ਲਿਖਿਆ। ਕਈ ਸਾਲਾਂ ਤੋਂ ਨਗਰ ਦਾ ਨਾਮ ਭੈਣੀ ਚੱਲਿਆ ਆਉਂਦਾ। ਉੱਥੇ ਕੀ ਬਣੇਗਾ? ਆਪ ਜੀ ਦਾ ਬਚਨ ਤੇ ਅਸੀਂ ਮੰਨ ਲੈਨੇ ਆ ਕਿ ਹਾਂ ਇਹ ਨਗਰ ਦਾ ਨਾਮ ਚੋਲਾ ਸਾਹਿਬ ਹੈ, ਪਰ ਉੱਥੇ ਕਿਵੇਂ ਅਸੀਂ ਵਰਣਨ ਕਰਾਂਗੇ, ਕਿਵੇਂ ਉਸ ਰਜਿਸਟਰਾਂ ਦੇ ਵਿੱਚ ਲਿਖੇ ਹੋਏ ਨੂੰ ਚੇਂਜ ਕਰਾਂਗੇ, ਬਦਲਾਂਗੇ? ਸਤਿਗੁਰੂ ਜੀ ਕਹਿੰਦੇ ਫਿਕਰ ਨਾ ਕਰੋ, ਜਾ ਕੇ ਤੁਸੀਂ ਉੱਥੇ ਜਦੋਂ ਮਾਵਲਾ ਭਰਨ ਗਏ ਕਹਿ ਦਿਓ ਕਿ ਚੋਲੇ ਨਗਰ ਦਾ ਮਾਵਲਾ ਲੈ ਕੇ ਆਏ ਆ। ਭੈਣੀ ਨਗਰ ਨਹੀਂ ਕਹਿਣਾ, ਚੋਲਾ ਨਗਰ ਕਹਿਣਾ। ਉਸ ਵੇਲੇ ਸਤਿਗੁਰੂ ਜੀ ਨੇ ਧੀਰਜ ਦਿੱਤਾ, ਕਹਿੰਦੇ ਤੁਸੀਂ ਬੇਝਿਜਕ ਹੋ ਕੇ ਬਚਨ ਕਹਿ ਦਿਓ ਤਾਂ ਇਹ ਬਚਨ ਉੱਥੇ ਪੂਰੇ ਹੋਏ ਹੋਣਗੇ। ਗੁਰੂ ਨਾਨਕ ਦੀ ਕਿਰਪਾ ਹੋਵੇਗੀ, ਉੱਥੇ ਵੀ ਆਪਣੇ ਆਪ ਆਟੋਮੈਟਿਕਲੀ ਹੀ ਭੈਣੀ ਨਗਰ ਦੀ ਬਜਾਏ ਚੋਲਾ ਨਗਰ ਲਿਖਿਆ ਹੋਵੇਗਾ। ਇਹ ਬਚਨ ਕਹੇ। ਬਾਅਦ ਵਿੱਚ ਉਹ ਨਗਰ ਦੇ ਲੋਕਾਂ ਨੇ ਸਤਿਗੁਰੂ ਜੀ ਦੇ ਕੋਲ ਸ਼ਿਕਾਇਤ ਕੀਤੀ, ਕਹਿੰਦੇ ਸਤਿਗੁਰੂ ਜੀ ਨਜ਼ਦੀਕ ਨਗਰ ਦੇ ਲੋਕ ਆ ਜਿਹੜੇ ਕਿ ਬੂਹ ਗੋਤ ਦੇ ਲੋਕ ਆ, ਉਹ ਬੂਹ ਗੋਤ ਦੇ ਜਿਹੜੇ ਲੋਕ ਸਾਡੀਆਂ ਮੱਝਾਂ ਗਾਵਾਂ ਜਦੋਂ ਅਸੀਂ ਚਾਰਨ ਵਾਸਤੇ ਜਾਂਦੇ ਨਾ, ਪਸ਼ੂ ਚਾਰਨ ਵਾਸਤੇ ਜਾਂਦੇ ਆ ਤੇ ਮਾਰ ਕੇ ਦੁਰਕਾਰ ਕੇ ਭਜਾ ਦਿੰਦੇ ਨੇ, ਕਹਿੰਦੇ ਚਾਰਨ ਨਹੀਂ ਦਿੰਦੇ ਸਾਨੂੰ। ਸਤਿਗੁਰੂ ਜੀ ਕਹਿੰਦੇ ਸਮਾਂ ਪੈ ਕੇ ਉਹਨਾਂ ਦਾ ਇੱਥੋਂ ਉਜਾੜਾ ਹੋ ਜਾਵੇਗਾ, ਆ ਤੁਹਾਡੀਆਂ ਮੱਝਾਂ ਗਾਵਾਂ ਚਾਰਨ ਵਾਸਤੇ ਉਹ ਸਾਰਾ ਥਾਂ ਬਣ ਜਾਣਾ। ਫਿਰ ਜਿੰਨਾ ਮਰਜੀ ਮੱਝਾਂ ਗਾਵਾਂ ਚਰਾ ਲਿਓ, ਜਿੰਨੀ ਮਰਜੀ ਉੱਥੇ ਥਾਂ ਪ੍ਰਾਪਤ ਕਰਨੀ ਕਰ ਲਿਓ, ਇਹਨਾਂ ਲੋਕਾਂ ਦਾ ਕਹਿੰਦੇ ਉਜਾੜਾ ਹੋਵੇਗਾ। ਤੇ ਬਾਕੀ ਸਰਹਾਲੀ ਨਗਰ ਦੇ ਵਿੱਚ ਜਿਹੜੀ ਥਾਂ ਹੈ ਕਹਿੰਦੇ ਉਹਦੇ ਵਿੱਚ ਖੇਤੀ ਪੈਦਾ ਨਹੀਂ ਹੋਣੀ, ਉਹ ਕੱਲਰ ਜ਼ਮੀਨ ਰਹਿ ਜਾਣੀ। ਉੱਥੇ ਵੀ ਜਿੰਨਾ ਮਰਜੀ ਤੁਸੀਂ ਆਪਣੀ ਮੱਝਾਂ ਗਾਵਾਂ ਨੂੰ ਫੇਰਨ ਤੋਰਨ ਦਾ ਜੋ ਥਾਂ ਦੇਖਣਾ ਦੇਖ ਸਕਦੇ ਹੋ। ਸਤਿਗੁਰੂ ਜੀ ਨੇ ਬਚਨ ਕੀਤੇ। ਅੱਜ ਵੀ ਕਹਿੰਦੇ ਉਧਰਲੀ ਜ਼ਮੀਨ ਆ ਨਾ ਜਿਹੜੀ ਉੱਥੋਂ ਦੀ, ਉਸੇ ਤਰ੍ਹਾਂ ਕੱਲਰ ਜ਼ਮੀਨ ਹੈ। ਉਸ ਥਾਂ ਤੇ ਕਈ ਲੰਬੇਰੀ ਜਗ੍ਹਾ ਦੇ ਵਿੱਚ ਕਹਿੰਦੇ ਉੱਥੇ ਖੇਤੀ ਪੈਦਾ ਨਹੀਂ ਹੁੰਦੀ। ਤੇ ਸਤਿਗੁਰੂ ਜੀ ਨੇ ਬਚਨ ਕੀਤੇ। ਹੁਣ ਬਚਨ ਜਿਹੜੇ ਕੀਤੇ ਉਹ ਸੰਸਾਰ ਦੇ ਵਿੱਚ ਜੁਗਾਂ ਜੁਗਾਂ ਤੱਕ ਰਹਿੰਦੀ ਦੁਨੀਆ ਤੱਕ ਕਹਿੰਦੇ ਬਚਨ ਹੈ ਨਾ ਜਿਹੜੇ ਪੂਰੇ ਹੁੰਦੇ ਆ, ਬਖਸ਼ਿਸ਼ ਰਹਿਮਤ ਹੁੰਦੀ ਹੈ। ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਗਤਾਂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਤੇ ਨਗਰ ਦੇ ਲੋਕ ਸਤਿਗੁਰੂ ਜੀ ਦੇ ਗੁਣ ਗਾਇਨ ਕਰਨ ਗਏ, ਬਖਸ਼ਿਸ਼ ਰਹਿਮਤ ਕਰਦੇ ਨੇ। ਤੇ ਕਹਿੰਦੇ ਸਮਾਂ ਪਾ ਕੇ ਨਗਰ ਦਾ ਜਿਹੜਾ ਪੰਚ ਹੈ ਉਹਨੇ ਵਿਚਾਰ ਕੀਤੀ ਕਿ ਹੁਣ ਨਗਰ ਦਾ ਜਿਹੜਾ ਮਾਮਲਾ ਹੈ ਸਮੇਂ ਦੀ ਸਰਕਾਰ ਕੋਲ ਤਾਰਨ ਜਾਣਾ ਤੇ ਜਾ ਕੇ ਜਿਵੇਂ ਗੁਰੂ ਜੀ ਨੇ ਬਚਨ ਕਹੇ ਬਚਨ ਕਹਿਣੇ ਉਸੇ ਤਰ੍ਹਾਂ, ਭਾਵ ਕਹਿ ਦੇਣਾ ਕਿ ਸਾਡਾ ਨਗਰ ਚੋਲਾ ਸਾਹਿਬ ਹੈ, ਭੈਣੀ ਨਗਰ ਨਹੀਂ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤੋਂ ਆਗਿਆ ਲੈ ਕੇ ਉਹ ਨਗਰ ਦਾ ਪੰਚ ਗਿਆ। ਦਿੱਲੀ ਵਿਖੇ ਤੁਰੇ ਨੇ। ਤੁਰਦੇ ਤੁਰਦੇ ਦਿੱਲੀ ਵਿਖੇ ਪਹੁੰਚੇ। ਜਾ ਕੇ ਜਿਹੜੇ ਉਥੋਂ ਦਾ ਲਿਖਤ ਪੜ੍ਹਤ ਕਰਨ ਵਾਲਾ ਮੁਲਾਜ਼ਮ ਹੈ ਉਹਨੂੰ ਕਹਿਣ ਲੱਗੇ ਜੀ ਅਸੀਂ ਚੋਲੇ ਨਗਰ ਤੋਂ ਆਏ ਆ ਤੇ ਚੋਲੇ ਨਗਰ ਦਾ ਮਾਮਲਾ ਲੈ ਕੇ ਆਏ। ਉਹ ਜਿਹੜਾ ਮੇਨ ਕਰਮਚਾਰੀ ਸੀ ਲਿਖਤ ਪੜ੍ਹਤ ਕਰਨ ਵਾਲਾ, ਮਾਮਲੇ ਨੂੰ ਲਿਖਦਾ ਸੀ, ਪੜ੍ਹਦਾ ਸੀ, ਪੱਟੀ ਲਿਖਦਾ ਸੀ, ਉਹਨੇ ਹੈਰਾਨ ਹੋ ਕੇ ਪੁੱਛਿਆ, ਕਹਿੰਦੇ ਚੋਲਾ ਨਗਰ ਕੀ ਕੋਈ ਨਵਾਂ ਨਗਰ ਵਸਿਆ ਜਿਹਦਾ ਮਾਮਲਾ ਤੁਸੀਂ ਦੇਣ ਆਏ ਹੋ? ਕਹਿੰਦੇ ਅਜੇ ਤੱਕ ਤੇ ਅਸੀਂ ਕੋਈ ਚੋਲੇ ਨਾਮ ਦਾ ਨਗਰ ਸੁਣਿਆ ਹੀ ਨਹੀਂ। ਉਸ ਵੇਲੇ ਉਹ ਮਨੁੱਖ ਨੇ ਏਦਾਂ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖਾਂ ਨੂੰ ਇਹ ਪੰਚ ਨੂੰ ਕਹਿੰਦੇ ਬਚਨ ਕਹੇ। ਉਹਨਾਂ ਨੇ ਕਿਹਾ ਨਹੀਂ, ਕਹਿੰਦੇ ਚੋਲਾ ਨਗਰ ਤੇ ਬਹੁਤ ਪੁਰਾਣਾ ਹੈ, ਤੁਹਾਡੇ ਕਾਗਜ਼ਾਂ ਵਿੱਚ ਵੀ ਲਿਖਿਆ ਹੋਣਾ, ਦੇਖੋ ਤੁਸੀਂ ਸਵਾਰ ਕੇ, ਤੁਹਾਨੂੰ ਨਹੀਂ ਪਤਾ। ਉਹ ਫੇਰ ਮੁਲਾਜ਼ਮ ਕਹਿਣ ਲੱਗਾ, ਕਹਿੰਦੇ ਨਹੀਂ ਜੀ, ਜਿੱਥੋਂ ਤੱਕ ਮੈਂ ਜਾਣਦਾ ਤੁਸੀਂ ਕਹਿੰਦੇ ਭੈਣੀ ਨਗਰ ਦੇ ਪੰਚ ਹੋ, ਪਹਿਲੇ ਭੈਣੀ ਨਗਰ ਦੇ ਨਾਮ ਤੇ ਮਾਵਲਾ ਤਾਰ ਕੇ ਜਾਂਦੇ ਹੋ ਸਾਡੇ ਕੋਲ। ਇਹ ਕਿਵੇਂ ਹੋ ਸਕਦਾ? ਤੁਹਾਡਾ ਨਾਮ ਨਵਾਂ ਹੀ ਨਾਮ ਸੁਣਿਆ ਨਗਰ ਦਾ ਚੋਲਾ ਸਾਹਿਬ।
ਕਹਿੰਦੇ ਉਹ ਕਹਿਣ ਤੇ ਕਰਮਚਾਰੀ ਨੇ ਆਪਣੇ ਰਜਿਸਟਰ ਫਰੋਲ ਕੇ ਵੇਖੇ, ਸਾਰੀ ਵਿਚਾਰ ਦੇਖੀ। ਕੀ ਦੇਖਦਾ? ਕਹਿੰਦੇ ਜਿੱਥੇ ਜਿੱਥੇ ਥਾਂ ਥਾਂ ਤੇ ਉਹਨਾਂ ਦੇ ਨਗਰ ਦਾ ਨਾਮ ਹੁੰਦਾ, ਜਿੰਨਾ ਜਿੰਨਾ ਜਿਹੜੀ ਤਰੀਕ ਵਿੱਚ ਜੋ ਜੋ ਮਾਮਲਾ ਭਰਿਆ, ਸਾਰੀ ਕਹਿੰਦੇ ਕਾਰਵਾਈ ਲਿਖਤ ਪੜਤ ਦੇ ਵਿੱਚ ਚੋਲੇ ਨਾਮ ਦਾ ਨਗਰ ਲਿਖਿਆ ਹੋਇਆ ਆਪਣੇ ਆਪ ਆਟੋਮੈਟਿਕਲੀ। ਤੋ ਦੇਖ ਕੇ ਹੈਰਾਨ ਹੋ ਗਿਆ। ਉਹ ਕਹਿੰਦਾ ਮੈਂ ਹੀ ਇੱਥੇ ਲਿਖਤ ਪੜਤ ਕਰਦਾ, ਕੋਈ ਹੋਰ ਹੈ ਹੀ ਨਹੀਂ। ਜਿੱਥੋਂ ਤੱਕ ਮੈਂ ਜਾਣਦਾ ਤੁਸੀਂ ਭੈਣੀ ਨਗਰ ਦਾ ਮਾਮਲਾ ਲੈ ਕੇ ਆਉਂਦੇ ਹੋ ਤੇ ਆ ਕੇ ਲਿਖਤ ਪੜਤ ਕਰਵਾ ਕੇ ਚਲੇ ਜਾਂਦੇ ਹੋ, ਮੈਂ ਸਭ ਜਾਣਦਾ। ਉਹਨੇ ਜਾ ਕੇ ਜਹਾਂਗੀਰ ਬਾਦਸ਼ਾਹ ਦੇ ਕੋਲ ਬੇਨਤੀ ਕੀਤੀ, ਕਹਿਣ ਲੱਗੇ ਜੀ ਇਹ ਤੇ ਅਨੋਖੀ ਵਿਚਾਰ ਹੋਈ ਹੈ। ਆ ਜਿਹੜੇ ਲੋਕ ਹੈ ਨਾ, ਜਿਹੜੇ ਇਹ ਪਹਿਲੇ ਤੇ ਕਹਿੰਦੇ ਭੈਣੀ ਨਗਰ ਦੇ ਨਾਮ ਤੇ ਆ ਕੇ ਮਾਮਲਾ ਤਾਰਦੇ ਨੇ, ਤੇ ਮੈਂ ਜਾਣਦਾ ਵੀ ਇਹਨਾਂ ਨੂੰ ਚੰਗੀ ਤਰ੍ਹਾਂ, ਪਰ ਇਹਨਾਂ ਨੇ ਆ ਕੇ ਹੁਣ ਨਵਾਂ ਹੀ ਕੰਮ ਕਰ ਦਿੱਤਾ, ਨਵਾਂ ਹੀ ਕੌਤਕ ਵਰਤ ਗਿਆ। ਕਹਿੰਦੇ ਇਹ ਚੋਲੇ ਨਾਮ ਦੇ ਨਗਰ ਤੇ ਆ ਕੇ ਆਪਣਾ ਮਾਮਲਾ ਦੇਣ ਲੱਗੇ ਨੇ। ਤੇ ਕਹਿੰਦੇ ਮੈਂ ਰਜਿਸਟਰ ਫਰੋਲ ਕੇ ਵੇਖੇ, ਕਾਗਜ਼ ਫਰੋਲ ਕੇ ਵੇਖੇ, ਹਜ਼ਾਰਾਂ ਕਾਗਜ਼ ਦੇਖ ਲਏ, ਉਹਦੇ ਵਿੱਚੋਂ ਕੇਵਲ ਭੈਣੀ ਨਾਮ ਦਾ ਕੋਈ ਸ਼ਬਦ ਹੈ ਹੀ ਨਹੀਂ, ਨਗਰ ਹੈ ਹੀ ਨਹੀਂ। ਇਹ ਸਾਰਿਆਂ ਦੇ ਵਿੱਚ ਹੀ ਕਹਿੰਦੇ ਚੋਲਾ ਸਾਹਿਬ ਕਰਕੇ ਵਰਣਨ ਕੀਤਾ ਗਿਆ, ਲਿਖਿਆ ਗਿਆ ਹੈ। ਉਹ ਹੈਰਾਨ ਹੈ। ਉਸ ਵੇਲੇ ਸਤਿਗੁਰ ਦੇ ਸਿੱਖਾਂ ਨੂੰ ਪੁੱਛਿਆ, ਉਹਨਾਂ ਨੂੰ ਕਹਿੰਦੇ ਵੀ ਕਿਵੇਂ ਹੋਇਆ? ਹਾਏ ਮਾੜੀ ਮੋਟੀ ਤੇ ਗੱਲ ਹੋ ਨਹੀਂ ਸਕਦੀ। ਕਹਿੰਦੇ ਲਿਖਤ ਪੜਤ ਕਰਨ ਵਾਲਾ ਚੰਗਾ ਦਰੁਸਤ ਮਨੁੱਖ ਹੈ, ਚੰਗਾ ਭਲਾ ਹੈ, ਕੋਈ ਪਾਗਲ ਨਹੀਂ, ਕੋਈ ਉਦਾਂ ਦੀ ਯਾਦਦਾਸ਼ਤ ਨਹੀਂ ਹੈ। ਇਹ ਕਿਵੇਂ ਹੋਇਆ? ਉਹਨਾਂ ਨੇ ਦੱਸਿਆ, ਕਹਿੰਦੇ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਨਗਰ ਵਿਖੇ ਪਹੁੰਚੇ। ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਤੁਹਾਡੇ ਨਗਰ ਦਾ ਨਾਮ ਭੈਣੀ ਨਗਰ ਤੋਂ ਚੋਲਾ ਸਾਹਿਬ ਹੋਵੇਗਾ। ਤੇ ਅਸੀਂ ਬੇਨਤੀ ਕੀਤੀ, ਇਦਾਂ ਕਰਕੇ ਸਾਰੀ ਕਹਾਣੀ ਵਾਰਤਾ ਦੱਸੀ ਉਹਨਾਂ ਨੇ ਕਿ ਕਾਗਜ਼ਾਂ ਵਿੱਚ ਤੇ ਸਤਿਗੁਰ ਦੀ ਸਾਡੇ ਨਗਰ ਦਾ ਨਾਮ ਭੈਣੀ ਆ, ਉੱਥੇ ਕਿਵੇਂ ਦੱਸਾਂਗੇ? ਕਹਿੰਦੇ ਆਪਣੇ ਆਪ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਕਰਨਗੇ। ਹੁਣ ਉਹਨਾਂ ਦੀ ਬਖਸ਼ਿਸ਼ ਰਹਿਮਤ ਹੋਈ ਆ, ਤੁਹਾਡੇ ਰਜਿਸਟਰਾਂ ਦੇ ਵਿੱਚ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਵਰਤੀ। ਜਦੋਂ ਜਹਾਂਗੀਰ ਬਾਦਸ਼ਾਹ ਨੇ ਸੁਣਿਆ ਸਤਿਗੁਰੂ ਜੀ ਦੇ ਵਾਸਤੇ ਇਹਨਾਂ ਦੇ ਨਗਰ ਉੱਤੇ ਗੁਰੂ ਸਤਿਗੁਰ ਦੀ ਕਿਰਪਾ ਵਰਤ ਗਈ, ਉਸ ਵੇਲੇ ਕਹਿੰਦੇ ਜਹਾਂਗੀਰ ਬਾਦਸ਼ਾਹ ਨੇ ਇਹਨਾਂ ਦੇ ਨਗਰ ਦੀ ਜਿਹੜੀ ਮਾਮਲੇ ਦੀ ਪੱਟੀ ਹੈ ਉਹ ਫਰੀ ਵਿੱਚ ਲਿਖ ਕੇ ਦੇ ਦਿੱਤੀ ਕਿ ਤੁਹਾਡੇ ਨਗਰ ਦਾ ਅੱਜ ਤੋਂ ਬਾਅਦ ਕੋਈ ਮਾਮਲਾ ਨਹੀਂ ਲਿਆ ਜਾਵੇਗਾ, ਕੋਈ ਕਹਿੰਦੇ ਤੁਹਾਡੇ ਤੋਂ ਇਹ ਰਿਸ਼ਵਤ ਨਹੀਂ ਲਈ ਜਾਵੇਗੀ, ਮਾਇਆ ਨਹੀਂ ਲਈ ਜਾਵੇਗੀ। ਅੱਜ ਤੋਂ ਬਾਅਦ ਕਹਿੰਦੇ ਤੁਹਾਡਾ ਨਗਰ ਸਾਡੇ ਵੱਲੋਂ ਆਜ਼ਾਦ ਹੈ। ਉਸ ਵੇਲੇ ਕਾਫੀ ਲੰਮੇ ਸਮੇਂ ਤੱਕ ਸਤਿਗੁਰ ਦੀ ਬਖਸ਼ਿਸ਼ ਰਹਿਮਤ ਵਰਤੀ ਤੇ ਬਾਅਦ ਵਿੱਚ ਸ਼ਾਹਜਹਾਨ ਨੇ ਕਹਿੰਦੇ ਨਗਰ ਦੀ ਪੱਟੀ ਫੇਰ ਮਾਮਲਾ ਲੈਣਾ ਸ਼ੁਰੂ ਕਰ ਦਿੱਤਾ ਸੀ, ਆਪਣੇ ਹੱਕ ਦੇ ਵਿੱਚ ਕਰ ਲਿਆ ਸੀ ਨਗਰ ਬਾਅਦ ਵਿੱਚ ਫੇਰ। ਤੇ ਹੁਣ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਰਾਜਮਾਨ ਏਦਾਂ ਬਖਸ਼ਿਸ਼ ਰਹਿਮਤ ਵਰਤਾ ਰਹੇ ਨੇ। ਸੰਗਤਾਂ ਵੀ ਇਸ ਕੌਤਕ ਨੂੰ ਦੇਖ ਕੇ ਬੜੇ ਅਨੋਖੇ ਵਿਚਾਰ ਦੇ ਵਿੱਚ ਹੈ, ਸਤਿਗੁਰ ਦੇ ਹੁਕਮ ਨੂੰ ਮੰਨਦੇ ਪਏ। ਏਦਾਂ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੋਈ ਚੋਲੇ ਨਗਰ ਤੇ। ਹੁਣ ਭਾਈ ਗੁਰਦਾਸ ਜੀ ਸੰਗਤ ਵਿੱਚ ਏਦਾਂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਸਨਮੁਖ ਚੋਲੇ ਨਗਰ ਵਿੱਚ ਬੈਠੇ ਇਹ ਜਿਹੜੀ ਵਿਚਾਰ ਹੈ ਚੋਲੇ ਨਗਰ ਦੀ ਉਹ ਵਰਣਨ ਕਰ ਰਹੇ ਸਤਿਗੁਰ ਜੀ ਦੇ ਸਨਮੁਖ। ਤੇ ਸੰਗਤਾਂ ਸੁਣ ਕੇ ਬੜੇ ਹੈਰਾਨ ਹੋਈਆਂ। ਉਸ ਵੇਲੇ ਗੁਰੂ ਛੇਵੇਂ ਪਾਤਸ਼ਾਹ ਸਤਿਗੁਰ ਜੀ ਨੇ ਕਹਿੰਦੇ ਉਸ ਅਸਥਾਨ ਦੇ ਦਰਸ਼ਨ ਕੀਤੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਰਹਿਮਤ ਕੀਤੀ। ਤੇ ਬਾਅਦ ਵਿੱਚ ਦਰਸ਼ਨ ਕਰਕੇ ਪਰਿਵਾਰ ਸਮੇਤ ਉੱਥੇ ਕਾਫੀ ਦਿਨ ਰਹਿ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਮੀਰੀ ਪੀਰੀ ਦੇ ਮਾਲਕ ਕਿਰਪਾਲੂ ਦਿਆਲੂ ਸਤਿਗੁਰ ਜੀ ਦਰ ਅੰਮ੍ਰਿਤਸਰ ਦੀ ਧਰਤੀ ਤੇ ਵਾਪਸ ਚੱਲਣ ਵਾਸਤੇ ਤਿਆਰ ਹੋਏ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਬੇਅੰਤ ਸੰਗਤਾਂ ਨੂੰ ਉਪਦੇਸ਼ ਦਿੱਤਾ, ਚੋਲੇ ਨਗਰ ਦੀ ਜਿਹੜੀ ਵਡਿਆਈ ਹੈ ਮਹਿਮਾ ਵਰਣਨ ਕੀਤੀ। ਸੰਗਤ ਸਾਰੀ ਸੁਣ ਕੇ ਬੜੇ ਹੈਰਾਨ ਹੋਏ, ਬੜੇ ਅਨੋਖੇ ਅਚਰਜ ਕੌਤਕ ਨੂੰ ਸੁਣ ਕੇ ਹਿਰਦੇ ਵਿੱਚ ਸਤਿਗੁਰ ਦੀ ਵਡਿਆਈ ਪੈ ਕਰਦੇ ਨੇ। ਇੰਨੇ ਸਮੇਂ ਵਿੱਚ ਕਹਿੰਦੇ ਉੱਥੇ ਉਹ ਚੋਲੇ ਨਗਰ ਦਾ ਜਿਹੜੇ ਪੰਚ ਦਾ ਪੁੱਤਰ ਸੀ ਉਹ ਵੀ ਆਇਆ, ਸਤਿਗੁਰ ਦਾ ਉਹਨੇ ਸਤਿਕਾਰ ਕੀਤਾ।
ਜੀ ਆਇਆ ਆਓ ਭਗਤ ਕੀਤੀ। ਬਾਅਦ ਵਿੱਚ ਸਤਿਗੁਰੂ ਜੀ ਸਮਾਂ ਪਾ ਕੇ ਕਾਫੀ ਦਿਨ ਉੱਥੇ ਰਹਿ ਕੇ ਇਧਰ ਅੰਮ੍ਰਿਤਸਰ ਦੀ ਧਰਤੀ ਤੇ ਵਾਪਸ ਆ ਚੁੱਕੇ ਸਨ। ਸਤਿਗੁਰੂ ਦੀ ਕਿਰਪਾ ਹੋਈ ਤਾਂ ਤੇ ਆਓ ਪਿਆਰੀ ਸੰਗਤ ਜੀਓ, ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰੂ ਜੀ ਇਧਰ ਅੰਮ੍ਰਿਤਸਰ ਦੀ ਧਰਤੀ ਤੇ ਵਿਰਾਜਮਾਨ ਹੈ। ਛੇਵੇਂ ਪਾਤਸ਼ਾਹ ਜੀ ਅੱਗੇ ਕਿਵੇਂ ਕੀ ਕੌਤਕ ਰਚਾ ਰਹੇ ਨੇ, ਕੀ ਬਖਸ਼ਿਸ਼ਾਂ ਵਰਤਾ ਰਹੇ ਨੇ। ਭਾਈ ਗੁਰਦਾਸ ਜੀ ਦੀ ਜੋ ਅਵਸਥਾ ਬਿਰਧ ਹੋ ਚੁੱਕੀ ਹੈ ਤੇ ਉਹਨਾਂ ਦਾ ਅੰਤਮ ਸਮਾਂ ਵੀ ਨਜ਼ਦੀਕ ਆ ਚੁੱਕਿਆ। ਉਹ ਕਿਵੇਂ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਕਰਦੇ ਆ ਤੇ ਕਿਵੇਂ ਫਾਨੀ ਸੰਸਾਰ ਦੇ ਵਿੱਚੋਂ ਭਾਈ ਗੁਰਦਾਸ ਜੀ ਨੂੰ ਅਲਵਿਦਾ ਤੋਰਦੇ ਨੇ ਕਹਿ ਕੇ, ਇਸ ਸੰਸਾਰ ਵਿੱਚੋਂ ਕਿਵੇਂ ਭਾਈ ਗੁਰਦਾਸ ਜੀ ਚਾਲੇ ਪਾਉਂਦੇ ਹੋ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਪਿਆਰੀ ਸੰਗਤ ਜੀਓ, ਗੁਰੂ ਚਰਨਾਂ ਵਿੱਚ ਵਿਚਾਰ ਕਰਦੇ ਆ, ਕਥਾ ਕਰਦੇ ਆ, ਅਨੇਕ ਪ੍ਰਕਾਰ ਦੀਆਂ तमाम गलतियां खरबादा घाटा सतगुरु जी भुल चुक माफ करन, अगे तो समत बख्शन, बाणी पढ़न दी, कथा विचार करन दी बल बुद्धि समर्था बख्शना। आओ सतगुरु दे सन्मुख समाप्ति करन दा जतन करिए। सतगुरु जी कृपा करदे ने।